वाहिगुरु। हम अवगुण भरे एक गुण नाही, अमृत छाड़ विख विख खाई। माया मोह भरम पै भूले, सुत दारास्यों प्रीत लगाई। इक उत्तम पंथ सुनिहो गुर संगत, तह मिलंत जम त्रास मिटाई। इक अरदास पाठ कीरत की, गुरु रामदास राखो शरनाई। वाहिगुरु जी का खालसा, वाहिगुरु जी की फतेह। गुरमुख प्यारी साध संगत जीओ, समूह संगत टीवी देख रहे दर्शक सहबान, संगत रूप दे विच सतगुरु जी दी बख्शिश सदका, प्रेरणा सदका आपां नितनेम दी सांथਿਆ करनी है। लेकिन सांथਿਆ तो पहलां कि आपां नूं सांथਿਆ वेले ਜਿਹੜੇ ਸਾਡੇ ਮਨ ਦੇ ਵਿੱਚ ਸਵਾਲ ਆਉਣੇ ਆ, ਉਹਨਾਂ ਦੇ ਹੱਲ ਦੇ ਲਈ ਆਪਾਂ ਪਹਿਲਾਂ ਇਹ सांथਿਆ ਕਿਉਂ ਜ਼ਰੂਰੀ ਹੈ ਤੇ सांथਿਆ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਡੇ ਕੋਲ ਆਉਣੀਆਂ ਆ, ਉਹਨਾਂ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ। ਨਾਲ ਦੀ ਨਾਲ ਕੁਛ सांथਿਆ ਵੀ ਹੋ ਰਹੀ ਹੈ। ਜਿਵੇਂ ਆਪਾਂ ਨੂੰ ਇਹ ਪਤਾ ਲੱਗਿਆ, ਸੋਮਵਾਰ ਤੋਂ ਆਪਾਂ ਇਹ ਸ਼ੁਰੂ ਕੀਤਾ ਸੀ, ਸੋਮਵਾਰ ਤੋਂ ਵੀਰਵਾਰ ਤੱਕ ਰੋਜ਼ ਇਸ ਸਮੇਂ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨ ਦਾ ਸੁਭਾਗਾ ਸਮਾਂ ਮਿਲਿਆ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ। ਤੇ ਆਪਾਂ ਦੇਖਿਆ ਸੀ ਕਿ ਪਹਿਲਾਂ ਸਾਨੂੰ ਇਹ ਪਤਾ ਲੱਗੇ ਕਿ सांथਿਆ ਕਿਉਂ ਜ਼ਰੂਰੀ ਹੈ। ਅਸੀਂ ਵਿਸ਼ਰਾਮ ਦਿੰਦੇ ਹਾਂ, ਉਹਨਾਂ ਦਾ ਅਰਥ ਗਲਤ ਬਣ ਜਾਂਦਾ। ਫਿਰ ਜਿਹੜੇ ਪੰਥਕ ਵਿਰੋਧੀ ਹੈ ਉਹ ਕਿਵੇਂ ਸਾਡੇ 'ਤੇ ਹਮਲੇ ਕਰਦੇ ਹੈ ਤੇ ਕਿਵੇਂ ਆਪਣੇ ਸਿੱਖ ਵਿਦਵਾਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਹੋਇਆ ਆ। ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਗੱਲ ਕੀਤੀ ਸੀ ਕਿ सांथਿਆ ਦੇ ਵਿੱਚ ਵਿਆਕਰਣ, ਕਾਵ ਪਿੰਗਲ ਤੇ ਸੰਗੀਤ ਨੂੰ ਮੁੱਖ ਰੱਖ ਕੇ सांथਿਆ ਦਿੱਤੀ ਜਾਂਦੀ ਹੈ। ਗੁਰਮਤਿ ਵਿਚਾਰ ਗੁਰਬਾਣੀ ਸੰਬੰਧੀ ਕੀਤੀ ਜਾਂਦੀ ਹੈ। ਉਹਦੇ ਵਿੱਚ ਫਿਰ ਆਪਾਂ 35 ਦੀ ਗੱਲ ਕੀਤੀ ਸੀ। 35 ਦੀ ਫਿਰ ਉਚਾਰਨ ਦੀ ਗੱਲ ਕੀਤੀ ਸੀ, ਅੱਖਰਾਂ ਦੀ, ਕਿਵੇਂ ਅੱਖਰਾਂ ਦਾ ਉਚਾਰਨ, ਜੀਭ ਕਿੱਥੇ ਲੱਗਣੀ ਹੈ ਸਾਡੀ, ਤੇ ਕਿਵੇਂ ਅੱਖਰਾਂ ਦਾ ਉਚਾਰਨ ਹੋਣਾ, ਉਹਨਾਂ ਵਿੱਚੋਂ ਸਵਰ ਤੇ ਵਿਅੰਜਨ ਕਿਹੜੇ ਹਨ। ਫਿਰ ਮੁਹਾਰਨੀ ਦੀ ਗੱਲ ਹੋਈ ਸੀਗੀ, ਜਿਹਦੇ ਵਿੱਚ ਮਾਤਰਾ ਦੀ ਗੱਲ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਆਪਾਂ ਕੱਲ੍ਹ ਜਿਹੜੀ ਵਿਚਾਰ ਕੀਤੀ ਸੀ ਉਹ ਸੀਗੀ ਲਗਾਖਰ। ਅਸੀਂ ਜਿਹੜੇ ਲਗਾਖਰ ਵਰਤਦੇ ਹਾਂ ਉਹਦੇ ਵਿੱਚ ਅਧਿਕ, ਬਿੰਦੀ, ਟਿੱਪੀ, ਉਹਦੇ ਸੰਬੰਧ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ। ਕਿੱਥੇ ਅਧਿਕ ਲੱਗਣੀ ਹੈ, ਕਿੱਥੇ ਅਧਿਕ ਨਹੀਂ ਲੱਗਣੀ, ਅਸੀਂ ਲਾ ਦਿੰਦੇ ਹਾਂ। ਕਿੱਥੇ ਬਿੰਦੀ ਲੱਗਣੀ ਹੈ ਤੇ ਕਿੱਥੇ ਨਹੀਂ ਲੱਗਣੀ। ਤੇ ਟਿੱਪੀ ਦਾ ਤਕਰੀਬਨ ਗੁਰਬਾਣੀ ਵਿੱਚ ਸਪਸ਼ਟ ਸੀਗਾ। ਸੋ ਆਪਾਂ ਹੁਣ ਉਸੇ ਹੀ ਲੜੀ ਨੂੰ ਅੱਗੇ ਤੋਰਦੇ ਹਾਂ, ਜਿਵੇਂ ਇੱਥੋਂ ਕੱਲ੍ਹ ਆਪਾਂ ਛੱਡੀ ਸੀ ਵਿਚਾਰ, ਉੱਥੋਂ ਸ਼ੁਰੂ ਕਰਦੇ ਹਾਂ ਕਿ ਗੁਰਬਾਣੀ ਦੇ ਵਿੱਚ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਲੋਕ ਸੀਗੇ, ਉਹ ਜਦੋਂ ਕਵਿਤਾਵਾਂ ਲਿਖਦੇ ਹੁੰਦੇ ਸੀ, ਕਿ ਗੁਰਬਾਣੀ ਕਾਵਕ ਰੂਪ ਦੇ ਵਿੱਚ ਆ, ਜਦੋਂ ਕਵਿਤਾਵਾਂ ਲਿਖਦੇ ਸੀ ਤੇ ਕਵਿਤਾਵਾਂ ਦਾ ਇਹ ਨਹੀਂ ਸੀ ਕਿ ਜਿਹੜੀ ਮਰਜ਼ੀ ਕਵਿਤਾ ਲਿਖ ਲਈ ਹੈ ਕਿ ਉਹੀ ਬੋਲ ਦਈਏ। ਨਹੀਂ, ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ, 10ਵੇਂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸਨ, ਔਰ ਕਵਿਤਾਵਾਂ ਦਾ ਨਾਪ ਤੋਲ ਕੀਤਾ ਜਾਂਦਾ ਸੀ, ਵਜ਼ਨ ਦੇਖਿਆ ਜਾਂਦਾ ਸੀ, ਤੁਕਾਂ ਦਾ ਵਜ਼ਨ ਦੇਖਿਆ ਜਾਂਦਾ ਸੀ, ਮਾਤਰਾ ਦੇਖੀਆਂ ਜਾਂਦੀਆਂ ਸਨ। ਫਿਰ ਉਹ ਕਵਿਤਾ ਬੋਲਣ ਨੂੰ ਦਿੱਤੀ ਜਾਂਦੀ ਸੀ ਤੇ ਕਿਹਾ ਜਾਂਦਾ ਸੀ ਇਹ ਕਵਿਤਾ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚੋਂ ਵੀ ਆਪਾਂ ਨੂੰ ਸੇਧ ਮਿਲਦੀ ਹੈ। ਤੇ ਆਪ ਜੀ ਤੁਕਾਂ ਦੇ ਦਰਸ਼ਨ ਕਰ ਰਹੇ ਹੋ। ਆਪਾਂ ਕੱਲ੍ਹ ਵਿਚਾਰ ਕੀਤੀ ਸੀ ਕਿ ਅਸੀਂ ਗੁਰਬਾਣੀ ਜਦੋਂ ਪੜ੍ਹਦੇ ਹਾਂ ਤਾਂ ਅਖੀਰਲੇ ਅੱਖਰ ਨੂੰ, ਖਾਸ ਕਰਕੇ ਵਿਅੰਜਨਾਂ ਨੂੰ, ਔਂਕੜ ਤੇ ਸਿਹਾਰੀ ਦਾ ਉਚਾਰਨ ਨਹੀਂ ਕਰਦੇ। ਜਿਵੇਂ ਇਸ ਸ਼ਬਦ ਵਿੱਚ ਗੁਰਿਆ, ਈਸ਼ਰਿਆ, ਗੁਰਿਆ, ਇਹਦੇ ਵਿੱਚ ਰਾਰੇ ਨੂੰ ਆਇਆ ਹੋਇਆ ਔਂਕੜ ਅਸੀਂ ਉਚਾਰਨ ਨਹੀਂ ਕਰਦੇ ਹੈ। ਜਦੋਂ ਅਸੀਂ ਕਾਵਕ ਰੂਪ ਦੀ ਗੱਲ ਕਰਾਂਗੇ, ਕਾਵ ਪਿੰਗਲ ਦੀ ਗੱਲ ਕਰਾਂਗੇ, ਤੇ ਉੱਥੇ ਇਹਨਾਂ ਦੀਆਂ ਜਿਹੜੀਆਂ ਮਾਤਰਾ ਆ, ਉਹਦੇ ਵਿੱਚ ਔਂਕੜ ਤੇ ਸਿਹਾਰੀ ਨੂੰ ਛੱਡ ਕੇ ਬਾਕੀ ਅੱਖਰਾਂ ਦੀ ਤੇ ਮਾਤਰਾ ਦੀ ਜਦੋਂ ਗਿਣਤੀ ਕਰਦੇ ਹਾਂ ਤਾਂ ਆਪਾਂ ਕੱਲ੍ਹ ਦੇਖਿਆ ਸੀ ਕਿ 28, ਦੂਸਰੀ ਤੁਕ ਦੀ ਵੀ 28 ਆ ਰਹੀ ਸੀ। ਇਸੇ ਤਰ੍ਹਾਂ ਹੀ ਆਪਾਂ ਕੱਲ੍ਹ ਇਹ ਵੀ ਦੇਖਿਆ ਸੀ ਕਿ ਸੋਹਲੇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਵੀ ਆਹ ਪਾਵਨ ਤੁਕਾਂ ਆਈਆਂ ਸਨ, ਜਿਨ੍ਹਾਂ ਦੀ ਗਿਣਤੀ 37 ਆਈ ਸੀ। ਤੇ ਆਪਾਂ ਕੱਲ੍ਹ ਇਹ ਵਿਚਾਰ ਕੀਤੀ ਸੀ ਕਿ ਅੱਜ 2 ਮਾਤਰਾ ਵਾਲੇ ਅੱਖਰ, ਜਿਨ੍ਹਾਂ ਅੱਖਰਾਂ ਨੂੰ 2 ਮਾਤਰਾ ਲੱਗੀਆਂ ਹੋਈਆਂ, ਹੋੜਾ ਅਤੇ ਔਂਕੜ,
ਉਹਦੇ ਬਾਰੇ ਵਿਚਾਰ ਕਰਨੀ ਹੈ। ਜਿਵੇਂ ਆਪ ਜੀ ਪਾਵਨ ਤੁਕਾਂ ਦੇ ਵਿੱਚ ਉੱਪਰਲੀ ਤੁਕ ਦੇ ਵਿੱਚ ਦੇਖ ਰਹੇ ਹੋ, ਤੋਹੀ ਤੱਤੇ ਨੂੰ ਹੋੜਾ ਵੀ ਲੱਗਿਆ ਹੋਇਆ ਤੇ ਔਂਕੜ ਵੀ ਲੱਗਿਆ ਹੋਇਆ। ਇਸੇ ਤਰ੍ਹਾਂ ਹੀ ਹਰ ਚਾਰਨ ਕਮਲ ਮਕਰੰਦ ਲੋਭਤ ਮਨੋ ਅਨ ਦਿਨੋਂ ਮੋਹੇ ਆਈ ਪਿਆਸਾ, ਜਿੱਥੇ ਸ਼ਬਦ ਅਨ ਦਿਨੋਂ ਹੈ ਉੱਥੇ ਨੰਨੇ ਨੂੰ ਹੋੜਾ ਵੀ ਹੈ ਤੇ ਔਂਕੜ ਵੀ ਆ। ਇਸੇ ਤਰ੍ਹਾਂ ਜਦੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਸੀਂ ਕਰਦੇ ਹਾਂ, ਟੂਟੀ ਗਾਂਢਣਹਾਰ ਗੋਪਾਲ, ਜਿਹੜਾ ਗੋਪਾਲ ਸ਼ਬਦ ਆ ਗੱਗੇ ਨੂੰ ਹੋੜਾ ਵੀ ਹੈ ਤੇ ਔਂਕੜ ਵੀ ਹੈ। ਹੋਰ ਵੀ ਪਾਵਨ ਤੁਕਾਂ ਹਨ ਸਤਿਗੁਰੂ ਜੀ ਦੇ। ਜਦੋਂ ਅਸੀਂ ਦਰਸ਼ਨ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਸ੍ਰੀ ਅਖੰਡ ਪਾਠ ਸਾਹਿਬ ਕਰਦੇ ਹਾਂ, ਜਿਵੇਂ ਸਰਬ ਹੈ ਏਕ ਅਨੇਕੈ ਸੁਆਮੀ ਸਭ ਘਟ ਭੋਗ ਵੈ ਸੋਈ, ਉੱਥੇ ਭੱਬੇ ਨੂੰ ਹੋੜਾ ਵੀ ਹੈ ਤੇ ਔਂਕੜ ਵੀ ਹੈ। ਇਹ ਉਚਾਰਨ ਇਹਨਾਂ ਦਾ ਕੀ ਹੈ ਤੇ ਇਹ ਕਿਉਂ ਹਨ? ਆ ਕੁਝ ਹੋਰ ਅੱਖਰ ਹਨ ਜਿਹੜੇ ਆਪਾਂ ਇਹਦੇ ਵਿੱਚੋਂ ਕੱਢੇ ਹਨ। 2 ਮਾਤਰੇ ਅੱਖਰਾਂ ਵਾਲੇ ਸ਼ਬਦ ਰਾਜ ਮਿਲਕ ਜੋਬਨ ਗ੍ਰਹਿ ਸੋਭਾ ਰੂਪਵੰਤ ਜਵਾਨੀ, ਜਵਾਨੀ ਜਵਾਨੀ। ਫਿਰ ਹੈਗਾ ਸ਼ਰਨ ਪਿਆ ਨਾਨਕ ਸੁਹੇਲਾ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨੰਨਾ ਏਕ ਤੋਹੀ। ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ, ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ। ਸੋ ਇਹ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਵਿਚਾਰ ਦਿੱਤੀ ਹੈ ਕਿ ਜਿਹੜਾ ਮੂਲ ਰੂਪ ਹੈ ਸ਼ਬਦ ਦਾ, ਉਦੋਂ ਉਲਟ ਪੜ੍ਹਨਾ ਹੈ ਜਾਂ ਬੋਲਣਾ ਹੈ। ਇਸ ਦੇ ਸੰਬੰਧ ਦੇ ਵਿੱਚ ਇੱਕ ਤਾਂ ਗੱਲ ਇਹ ਸਪਸ਼ਟ ਆਉਂਦੀ ਹੈ ਕਿ ਸਤਿਗੁਰੂ ਜੀ ਨੇ ਮਾਤਰਾ ਦੀ ਗਿਣਤੀ 1 ਕਰਨ ਦੇ ਲਈ, ਜਿਵੇਂ ਆਪਾਂ ਪਿੱਛੇ ਦੇਖੇ ਆ ਤੋਹੀ, ਵੈਸੇ ਅਸੀਂ ਔਂਕੜ ਗਿਣਦੇ ਨਹੀਂ, ਲੇਕਿਨ ਤੋਹੀ ਦੇ ਵਿੱਚ ਔਂਕੜ ਗਿਣਿਆ ਹੋਇਆ ਮਾਤਰਾ ਆਈਆਂ 4, ਤਾਂ ਕਰਕੇ 37 ਮਾਤਰਾ ਇਹਨਾਂ ਦੀਆਂ ਬਣੀਆਂ ਆ, ਬਰਾਬਰ ਆਈਆਂ ਆ। ਤੇ ਜਿਹੜੇ ਇੱਕ ਤਾਂ ਇਹ ਆ, ਦੂਸਰਾ ਹੈ ਇਹਦਾ ਸੰਬੰਧ, ਇਹ ਹੋ ਗਿਆ ਕਾਵ ਪਿੰਗਲ ਦੇ ਨਾਲ ਸੰਬੰਧ, ਕਵਿਤਾ ਦੀ ਰੂਪ ਦੀ ਗੱਲ ਆਪਾਂ ਕਰਦੇ ਹਾਂ। ਦੂਸਰਾ ਇਹਦਾ ਹੈਗਾ ਆ ਮਿਊਜ਼ਿਕ ਦੇ ਨਾਲ, ਸੰਗੀਤ ਦੇ ਨਾਲ ਸੰਬੰਧ, ਕਿਉਂਕਿ ਗੁਰਬਾਣੀ ਆਪਾਂ ਗਾ ਕੇ ਸਤਿਗੁਰੂ ਜੀ ਦਾ ਪਾਵਨ ਹੁਕਮ ਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ। ਸੋ ਆਪਾਂ ਨੂੰ ਹੁਕਮ ਹੈ ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਸੋ ਆਪਾਂ ਗੁਰਬਾਣੀ ਨੂੰ ਪੜ੍ਹਨਾ ਵੀ ਹੈ, ਸੁਣਨਾ ਵੀ ਹੈ, ਵਿਚਾਰਨਾ ਵੀ ਹੈ। ਸੋ ਇਸ ਤਰ੍ਹਾਂ ਸਤਿਗੁਰੂ ਜੀ ਦੀ ਜਦੋਂ ਬਾਣੀ ਨੂੰ ਗਾਇਆ ਜਾਂਦਾ ਆ, ਤੇ ਸਤਿਗੁਰੂ ਜੀ ਤਾਂ ਸਾਰੇ ਬ੍ਰਹਿਮੰਡਾਂ ਦੇ ਮਾਲਕ ਹਨ, ਪਰਮੇਸ਼ਰ ਦਾ ਰੂਪ ਹਨ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਖੁਦ ਨਿਰੰਕਾਰ ਆਪ ਹਾਜ਼ਰ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ। ਤੇ ਫਿਰ ਕੋਈ ਵੀ ਇੱਥੇ ਆਊਗਾ ਨਿਰਾਸ਼ ਹੋ ਕੇ ਨਹੀਂ ਜਾਊਗਾ। ਇਹ ਬਿਰਦਬਾਣੇ ਦੀ ਲਾਜ ਰੱਖਦੇ ਹਨ ਸਤਿਗੁਰੂ ਜੀ। ਉਹ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕੋਈ ਵੀ ਆਵੇ, ਚਾਹੇ ਕੋਈ ਵੱਡਾ ਤੋਂ ਵੱਡਾ ਸੰਗੀਤ ਦਾ ਮਾਹਰ ਕਿਉਂ ਨਾ ਹੋਵੇ, ਉਹ ਵੀ ਆਵੇ, ਅਗਰ ਉਹ ਵੀ ਗਾਵੇ ਤੇ ਉਹਨੂੰ ਵੀ ਇੱਥੋਂ ਸੰਤੁਸ਼ਟੀ ਮਿਲੇ। ਇਸ ਕਰਕੇ ਵੀ ਇਹ 2 ਮਾਤਰਾ ਦਾ ਉਚਾਰਨ ਹੋਇਆ ਹੈ। ਸੋ ਇਸ ਦਾ ਕਾਰਨ ਜੇ ਆਪਾਂ ਲਈਏ, ਜਿਵੇਂ ਫਿਜ਼ਿਕਸ ਹੈ, ਭੌਤਿਕ ਵਿਗਿਆਨ ਆ, ਉਹਦੇ ਵਿੱਚ ਇਹ ਸਪਸ਼ਟ ਕੀਤਾ ਹੋਇਆ ਕਿ ਜਿਹੜੀ ਅਸੀਂ ਆਵਾਜ਼ ਸੁਣਦੇ ਹਾਂ, ਕੰਨਾਂ ਦੇ ਰਾਹੀਂ ਕੋਈ ਆਵਾਜ਼ ਸੁਣਦੇ ਹਾਂ, ਉਹ ਸਾਡੇ ਕੋਲ ਤਰੰਗਾਂ ਦੇ ਰਾਹੀਂ ਆਉਂਦੀ ਹੈ। ਜਿਹੜੀਆਂ ਵੇਵਜ਼ ਉਹ ਆਉਂਦੀਆਂ ਆ, ਉਹ ਸਿੱਧੀਆਂ ਨਹੀਂ ਆਉਂਦੀਆਂ, ਜਿਵੇਂ ਪ੍ਰਕਾਸ਼ ਦੀਆਂ ਲਾਈਟ ਆ ਸਿੱਧੀਆਂ ਚੱਲਦੀਆਂ, ਲਾਈਟ ਦੀਆਂ ਵੇਵਜ਼ ਇਸ ਤਰ੍ਹਾਂ ਨਹੀਂ ਆਉਂਦੀਆਂ। ਕਿਉਂਕਿ ਜੇ ਅਸੀਂ ਕਮਰੇ ਤੋਂ ਦੂਜੇ ਪਾਸੇ ਹੋਈਏ, ਕੋਈ ਬਲਬ ਜਗਦਾ ਹੋਵੇ, ਲਾਈਟ ਜਗਦੀ ਹੋਵੇ, ਟਿਊਬ ਜਗਦੀ ਹੋਵੇ, ਤੇ ਦੂਸਰੇ ਪਾਸੇ ਸਾਨੂੰ ਹਨੇਰਾ ਦਿਸਦਾ। ਪਰ ਜੇ ਅਸੀਂ ਕਮਰੇ ਦੇ ਵਿੱਚੋਂ ਜ਼ੋਰ ਨਾਲ ਆਵਾਜ਼ ਮਾਰੀਏ ਤੇ ਦੂਸਰੇ ਪਾਸੇ ਸੁਣ ਪੈਂਦੀ ਹੈ। ਇਹਦਾ ਮਤਲਬ ਹੈ ਕਿ ਜਿਹੜੀਆਂ ਆਵਾਜ਼ ਦੀਆਂ ਤਰੰਗਾਂ ਆ, ਉਹ ਉੱਥੋਂ ਤੱਕ ਪਹੁੰਚ ਜਾਂਦੀਆਂ ਆ। ਸੋ ਇਹ ਜਿਹੜੀਆਂ ਆਵਾਜ਼ ਦੀਆਂ ਤਰੰਗਾਂ ਹੈ, ਉੱਪਰ ਥੱਲੇ, ਇਹ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ, ਇਹ ਫਿਜ਼ਿਕਸ ਦੇ ਵਿੱਚ, ਭੌਤਿਕ ਵਿਗਿਆਨ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੋਈ ਹੈ। ਜਿੱਥੇ ਸਾਊਂਡ ਵਾਲਾ ਚੈਪਟਰ ਹੋਊਗਾ ਉਸ ਜਗ੍ਹਾ ਤੇ। ਸੋ ਇਹ ਟਰਫ ਕਰਾਸਟ ਇਹਦੇ ਵਿੱਚ ਵੰਡੀਆਂ ਹੋਈਆਂ ਅੱਗੇ ਚੱਲਦੀਆਂ ਹਨ। ਤੇ ਜੇ ਅਸੀਂ ਕਲਾਸੀਕਲ ਮਿਊਜ਼ਿਕ ਦੀ, ਇੰਡੀਅਨ ਮਿਊਜ਼ਿਕ ਦੀ, ਕਲਾਸੀਕਲ ਦੀ, ਜਿਹੜਾ ਸਾਡਾ ਸੰਗੀਤ ਆ ਭਾਰਤ ਦਾ, ਉਹਦੀ ਗੱਲ ਕਰੀਏ ਤਾਂ ਉੱਥੇ ਜਿਹੜੀ ਹੈਗੀ ਆ ਸ਼ਾਸਤਰੀ ਸੰਗੀਤ ਦੀ, ਤੇ ਉੱਥੇ ਇਹ ਸਪਸ਼ਟ ਹੁੰਦਾ ਹੈ
कि 7 सुरां दे विच सारा संगीत है। 7 सुरां हन शुद्ध जिहड़ियां, 5 उन्हां दे विच 4 कोमल हन, 1 तीबर है। ये टोटल 12 बनदियां है। सो शुद्ध सुरां हो गईयां 7, 4 हो गईयां कोमल, रे गा धा नी ते मां हैगा तीबर। सो इन्हां सुरां दे विच ही हर एक व्यक्ति गा रहा है, चाहे कोई छोटा बच्चा आ, चाहे कोई सियाणा है मोटी आवाज़ वाला है, चाहे कोई बीबी है पतली आवाज़ वाली है, चाहे मोटी आवाज़ वाला, कोई भी गा रहा है। लेकिन सा सारियां दे लई एक ही है। सा दा उचारण सारियां लई एक ही है, रे दा उचारण सारियां लई एक ही है, गा दा उचारण सारियां लई एक ही है। सो इन्हां दे विच किसी दी आवाज़ किसी तरह दी है, किसी दी आवाज़ किसी तरह दी है। ते उस आवाज़ दे विच जे आपां लईए कि फ्रीकुएंसी, रेशो ऑफ फ्रीकुएंसी, जिहड़ा फ्रीकुएंसी दे हिसाब दे नाल उतरा चढ़ा आवाज़ दे विच आउंदा आ, उन्हां नूं असीं श्रुतियां दे नां दे नाल जाणदे आ, जो साडे विद्वानां ने दस्सिया। जिवें सा सारे कहिंदे आ, लेकिन थोड़ा जिहा स्लाइटली थोड़ा थोड़ा वखरेवा है। ते सा दियां 4 श्रुतियां आ, रे दियां 3 श्रुतियां आ, गा दियां 2 श्रुतियां आ, मां दियां 4 श्रुतियां आ, पा दियां 4 श्रुतियां आ, धा दियां 3 श्रुतियां आ, नी दियां 2। सो ये है 22 श्रुतियां। ये 22 श्रुतियां दे विच वखरी वखरी आवाज़ थोड़ा थोड़ा फर्क पैंदा है। ते सतगुरां जी ने ਜਿਹੜੇ फिर ये 2 मात्रा वाले अखर दिते आ, ये इस करके दिते आ कि जदों कोई भी उचारण करे, अगर गाउण लग्गिया उसनूं होड़े की लोड़ है तो होड़ा वरत लवे, औंकड़ की लोड़ है तो औंकड़ वरत लवे। इस करके 2 मात्रा वाले अखर जिहड़े आ, ये कीर्तनी ਸਿੰਘਾਂ ਨੂੰ ताल दे विच उन्हां ने गाउणा, ताल दे विच रखण दे लई उन्हां नूं ये छूट दित्ती हुई है, खुल दित्ती हुई है कि होड़े नाल भी ते औंकड़ दे नाल भी उचारण कर सकते हैं। ये है जिहड़े बहुत ही बरीकी दे नाल कीर्तन करन वाले रागां दे मार ਜਿਹੜੇ ਗੁਰਮੁਖ ਪਿਆਰੇ ਹਨ, ਜਾਂ ਰਾਗਾਂ ਦੇ ਮਾਰ ਜਿਹੜੇ ਵਿਅਕਤੀ ਹਨ, ਜਿਹੜੇ ਚਾਹੁੰਦੇ ਹਨ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲਈਏ, ਉਹਨਾਂ ਦੇ ਲਈ ਹੈ ਜਿਹੜੀ ਮੇਰੇ ਵਿਚਾਰ ਅਧੀਨ ਆਈ ਹੈ। ਜ਼ਰੂਰੀ ਨਹੀਂ ਹੈ ਕਿ ਜਿਹੜੀਆਂ ਮੈਂ ਗੱਲਾਂ ਕਹੀਆਂ ਹੋਣ ਉਹ 100% ਸਹੀ ਹੋਣ। मैं सिर्फ ये कि आप जी के नाल साझी कर रहा जिहड़ियां साडियां आम विचारां। सो 2 मात्रा वाले अखर, एक तां काव्यक रूप नूं मुख रखदियां होइयां, दूसरा संगीत नूं मुख रखदियां होइयां सतगुरु जी मैं ये सोचदा हाँ कि सच्चे पातशाह जी ने ये उचारण कीते हुए हैं। अगे चलीए, उहदे विच साडे कोलों जदों असीं पाठ करदे हां ते आम जिहियां गलतियां कर जाने आ, जिवें हुक्मी होवन आकार हुक्म ना कहिया जाए। ਜਿਹੜਾ शब्द आकार आ, ਇਹਨੂੰ ਅਸੀਂ ਐੜੇ ਨੂੰ ਕੰਨਾਂ ਦੇ ਕੇ नहीं बोलते, सीधा ही बोल जाने आकार, हुक्मी होवन आकार, जो कि अशुद्ध है, शुद्ध नहीं है, सही नहीं है। हुक्मी होवन आकार हुक्म ना कहया जाए। इस तरह गावे को विद्या विखम विचार, असी विचार कह जाने, वावे नूं सिहारी दे जाने, विचार नहीं विचार। फिर सुनिए सिद्ध पीर सुरनाथ, सुनिए सुनिए, इहदा उचारण आ सुनिए, नाणे नूं सिहारी बोलनी है, सुनिए सिद्ध पीर सुरनाथ। इस तरह ही मन्ने की गत कही ना जाए, नन्ने नूं लाम दे के बोलना, मन्ने ना कि मन्नै, क्योंकि पहली पौड़ी दे विच मन्ने आ, अगलियां दे विच है मन्नै सुरत होवै मन बुद्ध। इस तरह ही अनक भांत कर सेवा करिए, असी अनक पढ़ जाने, यह हैगा अनिक, नन्ने नूं सिहारी दे के अनिक भांत कर सेवा करिए। खास करके आ जिहड़ी हुण तक आपां बोलण लगे, तुम दाते ठाकुर, इहनूं असीं पढ़ जाने प्रितपालक, जो कि उचारण सही नहीं है। पप्पा पप्पे दे पैर चरारा, सिहारी तत्ते नूं, ये बनूगा परितपालक, परित प्रित नहीं परितपालक, नायक खासम हमारे। इस तरह ही श्री सुखमनी साहब जी के पाठ के विच जय प्रसाद छती अमृत खाए, जय सही उचारण नहीं है, यह हैगा जिह, जज्जे नूं सिहारी। आपां उस दिन गल कीती सी जिदन मुहारनी का उचारण कीता सी, मैं मुहारनी की पहली तो फिर बोल दियाँ, ऐड़ा मुक्ता आ कन्ना, ए सिहारी ई बिहारी, ऊ औंकड़ ऊ दलैंकड़, ए लाम ए दुलामा, ओ होड़ा औ कनौड़ा, अंग टिप्पी आं बिंदी। तो ये हुण साडे कोल शब्द आया जज्जा। जदों असीं जज्जे की मुहारनी बोलांगे
ਤੇ ਜੱਜਾ ਮੁਕਤਾ ਜਾ ਕੰਨਾ ਜੇ ਸਿਹਾਰੀ। ਸਿਹਾਰੀ ਦਾ ਤੇ ਲਾਮ ਦਾ ਫਰਕ ਸਮਝਣ ਦੀ ਲੋੜ ਹੈ। ਜਦੋਂ ਅਸੀਂ ਲਾਮ ਬੋਲਣੀ ਫਿਰ ਆ ਜਾਣਾ ਜੇ ਲਾਮ, ਇਹ ਹੈਗਾ ਜੇ ਸਿਹਾਰੀ। ਇਸੇ ਕਰਕੇ ਬਣਦਾ ਜਿਹ, ਜੈ ਨਹੀਂ, ਜਿਹ ਪ੍ਰਸਾਦ। ਫਿਰ ਪ੍ਰਸਾਦ ਪੜ੍ਹਨ ਨੂੰ ਪ੍ਰਸ਼ਾਦ ਨਹੀਂ ਪੜ੍ਹਨਾ। ਇਹ ਆਪਾਂ ਉਦੋਂ ਵਿਚਾਰ ਕਰਾਂਗੇ ਜਦੋਂ ਆਪਾਂ ਸ੍ਰੀ ਨਿਤਨੇਮ ਜੀ ਦੀ ਜਿੰਨੀਆਂ ਬਾਣੀਆਂ ਹਨ ਉਹਨਾਂ ਦੀ ਸੰਥਿਆ ਆਪਾਂ ਕਰਨੀ ਹੈ। ਜਿਹ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਹੇ, ਅੰਮ੍ਰਿਤ। ਇਸੇ ਤਰ੍ਹਾਂ ਅੰਮ੍ਰਿਤ, ਰਾਰੇ ਨੂੰ ਸਿਹਾਰੀ ਜਾ ਰਹੀ, ਅੰਮ੍ਰਿਤ। ਕਰੋ ਬੇਨੰਤੀ, ਇਹਨੂੰ ਕਈ ਵਾਰੀ ਬੇਨਤੀ ਪੜ੍ਹ ਜਾਂਦੇ ਆ। ਨੰਨੇ ਦੇ ਉੱਪਰ ਲੱਗੀ ਹੋਈ ਹੈ ਟਿੱਪੀ, ਟਿੱਪੀ ਦਾ ਉਚਾਰਨ ਕਰਨਾ ਆ। ਕਰੋ ਬੇਨੰਤੀ ਸੁਣੋ, ਇਹਨੂੰ ਕਈ ਹਾਹੇ ਨੂੰ ਔਂਕੜ ਨਹੀਂ ਦਿੰਦੇ ਸੀ, ਸੁਣੋ ਕਹਿ ਜਾਣੇ, ਨਾਣੇ ਨੂੰ ਹੋੜਾ ਦੇ ਜਾਂਦੇ ਆ, ਜੋ ਕਿ ਉਚਾਰਨ ਸਹੀ ਨਹੀਂ ਹੈ। ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਅੱਗੇ ਇਹ ਆਮ ਤੁਕਾਂ ਹਨ, ਆਮ ਸ਼ਬਦ ਹਨ ਜਿਹੜੇ ਅਸੀਂ ਆਮ ਕਰਦਿਆਂ ਗਲਤੀਆਂ ਕਰ ਜਾਂਦੇ। ਕੁਛ ਹੋਰ ਵੀ ਹਨ ਥੋੜ੍ਹੇ ਜਿਹੇ, ਜਿਵੇਂ ਆਸੀਸ ਹੋਵੇ ਤਾਂ ਅਸੀਂ ਅਸੀਸ ਪੜ੍ਹ ਜਾਂਦੇ ਹਾਂ। ਆਕਾਰ ਹੋਵੇ ਤਾਂ ਅਸੀਂ ਆਕਾਰ ਪੜ੍ਹ ਜਾਂਦੇ, ਐੜੇ ਨੂੰ ਕੰਨਾ ਨਹੀਂ ਦੇ ਰਹੇ। ਆਨੰਦ ਹੋਵੇ ਤਾਂ ਅਸੀਂ ਆਨੰਦ ਪੜ੍ਹ ਜਾਂਦੇ। ਆਨੰਦ, ਆਨੰਦ ਸਭ ਕੋ ਕਹੇ। ਜਿਵੇਂ ਆਨੰਦ ਸਾਹਿਬ ਦੇ ਵਿੱਚੋਂ ਪਾਠ ਕਰਦੇ ਹਾਂ, ਜਦੋਂ ਨਿਤਨੇਮ ਕਰਦੇ ਹਾਂ, ਆਪਣਾ ਹੀ ਵਾਰੀ ਆਉਂਦੀ ਹੈ। ਇਸੇ ਤਰ੍ਹਾਂ ਜਿੱਥੇ ਸਾ ਲਾਹ ਆ ਉੱਥੇ ਅਸੀਂ ਸਲਾਹ ਪੜ੍ਹ ਜਾਂਦੇ, ਸੱਸੇ ਨੂੰ ਕੰਨਾ ਦੇ ਨਹੀਂ ਰਹੇ। ਬਗੁਲਾ, ਗੱਗੇ ਨੂੰ ਔਂਕੜ ਨਹੀਂ ਦੇ ਰਹੇ। ਇਸੇ ਤਰ੍ਹਾਂ ਹੀ ਠਾਕੁਰ, ਠਾਕੁਰ ਦੇ ਵਿੱਚ ਵੀ ਕੱਕੇ ਨੂੰ ਔਂਕੜ ਨਹੀਂ ਦਿੰਦੇ ਅਸੀਂ। ਕਰੁਣਾ ਮੈਂ, ਇਹਨੂੰ ਕਰਨਾ ਮੈਂ ਪੜ੍ਹ ਜਾਂਦੇ ਹਾਂ। ਕਰੁਣਾ, ਰਾਰੇ ਨੂੰ ਔਂਕੜ ਦੇਣਾ ਆ, ਕਰੁਣਾ ਮੈਂ। ਠਾਕੁਰ, ਠਾਕਰ ਨਹੀਂ ਕਹਿਣਾ। ਇਹ ਜਿਹੜੇ ਬ੍ਰੈਕਟ ਦੇ ਵਿੱਚ ਲਿਖੇ ਹੋਏ ਆ ਇਹ ਉਚਾਰਨ ਸਹੀ ਨਹੀਂ ਹੈ। ਉਸ ਤਰ੍ਹਾਂ ਉਚਾਰਨ ਅਸੀਂ ਕਰ ਜਾਂਦੇ ਹਾਂ, ਜਿਵੇਂ ਬ੍ਰੈਕਟ ਵਿੱਚ ਮੈਂ ਦਰਸਾ ਰਿਹਾ ਆਪ ਜੀ ਨੂੰ। ਅਸੀਂ ਇਸ ਤਰ੍ਹਾਂ ਮਨ, ਇਹਨੂੰ ਮਨ ਪੜ੍ਹ ਜਾਂਦੇ ਹਾਂ। ਮੰਨਣਾ ਹੁੰਦਾ ਕਿਸੇ ਚੀਜ਼ ਨੂੰ, ਮੰਨਣਾ, ਸਮਝ ਲੈਣਾ, ਮੰਨ ਲੈਣਾ। ਮਨ ਆਪਣੇ ਮਨ ਦੇ ਸੰਬੰਧ ਦੇ ਵਿੱਚ ਆ। ਇਸੇ ਤਰ੍ਹਾਂ ਹੀ ਖੱਖਾ ਸੱਸੇ ਉੱਤੇ ਟਿੱਪੀ ਮਮਾ, ਇਹਨੂੰ ਖਸਮ ਪੜਾਂਗੇ, ਅਸੀਂ ਖਸਮ ਪੜ੍ਹ ਜਾਂਦੇ ਹਾਂ। ਇਹਦੇ ਬਾਰੇ ਆਪਾਂ ਵਿਚਾਰ ਜਦੋਂ ਆਪਣੇ ਕੋਲੇ ਸ਼ਬਦ ਆਉਣਗੇ ਉਹ ਕਰਨਗੇ। ਮੈਂ ਸਿਰਫ ਆਪ ਜੀ ਨੂੰ ਇਸ ਕਰਕੇ ਦੱਸ ਰਿਹਾ ਕਿ ਇਹਦੇ ਨਾਲ ਜਦੋਂ ਅਸੀਂ ਨਿਤਨੇਮ ਦੀ ਸੰਥਿਆ ਕਰਨੀ ਹੈ ਸਾਡਾ ਕਾਫੀ ਮਦਦ ਮਿਲਣੀ ਹੈ ਸਾਨੂੰ। ਪਤਿਤ, ਅਸੀਂ ਪਤਤ ਪੜ੍ਹ ਜਾਂਦੇ ਹਾਂ। ਕਸ਼ ਨੂੰ ਕੁਸ਼ ਪੜ੍ਹ ਜਾਂਦੇ ਹਾਂ। ਇਹ ਤਿੰਨ ਤਰ੍ਹਾਂ ਸ਼ਬਦ ਆਉਂਦਾ, ਕਿਸ਼, ਕਸ਼, ਕਸ਼ੁ। ਅਸੀਂ ਇਹ ਆਪ ਇੱਕੋ ਤਰ੍ਹਾਂ ਹੀ ਕਈ ਵਾਰੀ ਬੋਲ ਜਾਂਦੇ ਹਾਂ। ਪਾਛਾ ਦੁਲਾਵਾਂ ਹੁੰਦੀਆਂ, ਅਸੀਂ ਪਾਛੇ ਪੜ੍ਹ ਜਾਂਦੇ ਹਾਂ ਲਾਮ ਦੇ ਕੇ। ਸੁਣਿਆ ਆ, ਅਸੀਂ ਉਹਨੂੰ ਸੁਣੀਏ ਪੜ੍ਹ ਜਾਂਦੇ ਹਾਂ। ਨਿਰੰਜਨ ਆ, ਉਹਨੂੰ ਨਿਰੰਜਨ ਪੜ੍ਹ ਜਾਂਦੇ ਹਾਂ, ਰਾਰੇ ਨੂੰ ਸਿਹਾਰੀ ਦੇ ਜਾਂਦੇ ਹਾਂ। ਇਸੇ ਤਰ੍ਹਾਂ ਹੀ ਪ੍ਰਤਪਾਲਕ ਦੀ ਹੋ ਗਈ ਹੈ, ਇਹਨੂੰ ਪ੍ਰਤਪਾਲਕ ਪੜ੍ਹ ਜਾਂਦੇ ਹਾਂ। ਅੱਗੇ ਇਹਦਾ ਜੱਜੇ ਨੂੰ ਵਿਹਾਰੀ ਐੜਾ, ਇਹਨੂੰ ਪੜ੍ਹਾਂਗੇ ਜੀ ਆ, ਕਈ ਵਾਰੀ ਜੀ ਆ ਪੜ੍ਹ ਜਾਂਦੇ। ਇਹ ਹੈਗਾ ਜੀ, ਜੀ। ਜੱਜੇ ਨੂੰ ਵਿਹਾਰੀ ਜੀ, ਜੱਜੇ ਨੂੰ ਵਿਹਾਰੀ ਐੜਾ ਜੀ, ਤੇ ਜੱਜੇ ਨੂੰ ਵਿਹਾਰੀ ਐੜੇ ਨੂੰ ਕਹਿੰਦਾ ਜੀ ਆ। ਫਿਰ ਆ ਬਣੂਗਾ ਨਾ। ਅਸੀਂ ਮੋਸਟਲੀ ਜੀ ਆ ਇਹ ਸੁਣ ਦੇ ਵਿੱਚ ਇਹ ਆਇਆ ਹੈ ਆਪਣੇ ਕੋਲ। ਇਸ ਤਰ੍ਹਾਂ ਜੇ ਨੂੰ ਜਾਂ ਜੈ ਪੜ੍ਹ ਜਾਣਗੇ ਜਾਂ ਜੈ ਪੜ੍ਹ ਜਾਣਗੇ। ਇਸੇ ਤਰ੍ਹਾਂ ਹੀ ਬ੍ਰਹਮ, ਜਿਵੇਂ ਸੁਖਮਨੀ ਸਾਹਿਬ ਜੀ ਦੀ ਪੂਰੀ ਅਸ਼ਟਪਦੀ ਬ੍ਰਹਮ ਗਿਆਨੀ ਵਾਲੀ ਹੈ, ਤੇ ਉਹਦੇ ਵਿੱਚ ਅਸੀਂ ਬ੍ਰਹਮ ਪੜ੍ਹ ਜਾਂਦੇ ਹਾਂ। ਹਾ ਜਿਹੜਾ ਅਲੋਪ ਹੀ ਕਰ ਦਿੱਤਾ ਹੈ, ਬ੍ਰਹਮ 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 ਇਸ ਤਰ੍ਹਾਂ ਪੜ੍ਹ ਜਾਂਦੇ ਹਾਂ। ਬ੍ਰਹਮ ਗਿਆਨੀ ਸਦਾ ਨਿਰਲੇਪ ਜਾਂ ਬ੍ਰਹਮ ਗਿਆਨੀ ਇਸ ਤਰ੍ਹਾਂ ਇਹ ਉਚਾਰਨ ਅਸੀਂ ਕਰ ਜਾਂਦੇ। ਇਹਦਾ ਉਚਾਰਨ ਬਣਨਾ ਬ੍ਰਹਮ, ਹਾਹੇ ਦੇ ਨਾਲ। ਇਸੇ ਤਰ੍ਹਾਂ ਹੀ ਲਾਏ, ਇਹਨੂੰ ਲਾਹੇ ਪੜ੍ਹ ਜਾਂਦੇ ਹਾਂ। ਕਰਾਏ, ਇਹਨੂੰ ਕਰਾਹੇ ਪੜ੍ਹ ਜਾਂਦੇ ਹਾਂ। ਜਾਣ ਆਏ, ਈੜੀ ਨੂੰ ਵੀ ਸਿਹਾਰੀ ਦੇਣੀ ਆ, ਹਾਹੇ ਨੂੰ ਵੀ ਸਿਹਾਰੀ ਦੇਣੀ ਆ। ਇਹ ਲੱਗਦਾ ਆ ਸ਼ਾਇਦ ਮੁਸ਼ਕਲ ਹੋਵੇ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਇੰਨਾ ਨਹੀਂ ਮੁਸ਼ਕਲ ਹੈਗਾ। ਜਦੋਂ ਅਸੀਂ ਇਹਦਾ ਉਚਾਰਨ ਕਰਾਂਗੇ, ਥੋੜ੍ਹਾ ਜਿਹਾ ਧਿਆਨ ਦੇਵਾਂਗੇ, ਨਾਲੇ ਤਾਂ ਸਤਿਗੁਰੂ ਜੀ ਦੇ ਨਾਲ ਪ੍ਰੇਮ ਵਧੂਗਾ, ਨਾਲੇ ਸਾਡੀਆਂ ਅੱਖਾਂ ਸਤਿਗੁਰੂ ਜੀ ਦੇ ਦਰਸ਼ਨ ਬਾਣੀ ਦੇ ਕਰ ਰਹੀਆਂ ਆ, ਤੇ ਨਾਲ ਦੀ ਨਾਲ ਸਾਡਾ ਜਿਹੜਾ ਆ ਉਹ ਅਭਿਆਸ ਵੀ ਵੱਧ ਜੂਗਾ, ਤੇ ਨਾਲ ਸੰਥਿਆ ਹੋ ਜਾਣੀ ਆ। ਕੁਛ ਥੋੜ੍ਹੀਆਂ ਜਿਹੀਆਂ ਹੋਰ ਟੁਕ ਮਾਤਰ ਜਿਹੜੀਆਂ ਤੁਕਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਅੱਗੇ ਚੱਲਣਾ ਆ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਪੰਜ ਸ਼ਬਦੀ ਇੱਕ ਪੋਥੀ ਤਿਆਰ ਕੀਤੀ ਸਿੰਘ ਬ੍ਰਦਰਜ਼ ਵਾਲਿਆਂ ਨੇ। ਉਹਦੇ ਪਿਛਲੇ ਪਾਸੇ ਬਹੁਤ ਸੋਹਣਾ ਉਹਨਾਂ ਨੇ ਵਿਚਾਰ ਦਿੱਤੇ ਆ, ਕੁਛ ਵਿਚਾਰ ਉਹਨਾਂ ਕੋਲੋਂ ਲਏ ਆ। ਧੰਨਵਾਦ ਸਹਿਤ। ਵਿਹਾਰੀ ਦੀ ਥਾਂ ਸਿਹਾਰੀ ਦਾ ਅਸੀਂ ਉਚਾਰਨ ਕਰ ਜਾਂਦੇ ਹਾਂ। ਜਿੱਥੇ ਬਿਹਾਰੀ ਬੋਲਣੀ ਹੁੰਦੀ ਨਾ ਉੱਥੇ ਸਿਹਾਰੀ ਬੋਲ ਜਾਂਦੇ। ਜਿਵੇਂ ਪੰਖੀ ਭੌਂਦੀਆਂ ਲੈਣ ਨਾ ਸਾਹ, ਇੱਥੇ ਤਾਂ ਭੌਂਦੀਆਂ, ਅਸੀਂ ਇਹਨੂੰ ਭੌਂਦਿਆਂ ਪੜ੍ਹ ਜਾਂਦੇ। ਪੰਖੀ ਭੌਂਦਿਆਂ ਲੈਣ ਨਾ। ਤੁਸੀਂ ਕੀਰਤਨ ਸੁਣੋਗੇ ਨਾ, ਕੀਰਤਨ ਸਰਵਣ ਕਰਿਓ, ਬਹੁਤ ਸਾਰੇ ਕੀਰਤਨੀ ਸਿੰਘ ਵੀ ਭੌਂਦਿਆਂ ਪੜ੍ਹ ਜਾਂਦੇ। ਇਸੇ ਤਰ੍ਹਾਂ ਹੀ ਹਾਂ ਮੂਰਖ ਕਾਰ ਹੈ ਲਾਈਆ, ਇਹਨੂੰ ਲਾਇਆ ਪੜ੍ਹ ਜਾਣਗੇ। ਹਾਂ ਮੂਰਖ ਕਾਰ ਹੈ ਲਾਈਆ ਨਾਨਕ ਹਰ ਕੰਮੇ, ਇਹਨੂੰ ਲਾਇਆ ਪੜ੍ਹ ਜਾਣਾ।
क्योंकि कीर्तन की चाल बनी हुई हुंदी आ ते ਉਹ ਧਿਆਨ नहीं दिता जाता कई बारी। इस करके कीर्तनी ਸਿੰਘਾਂ ਨੂੰ भी बेनती आ कि ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਆ। जिन्हां गुरबाणी मन भाईया, ਇਹਨੂੰ ਭਾਇਆ पढ़ जाने, जिन्हां गुरबाणी मन भाईया अमृत छक छके। इसे तरह ही आपे साजे करे आप जाई भे, जाई नूं जाए पढ़ जाना, भे नूं भी पढ़ जाना, जाई भे रखे आप। इसे तरह ही सिहारी ते दुलामा दी थां ते बिहारी ते लां दा उचारण कर जाना। जिवें सतगुर मिलिया, ये सतगुर मिलिया, सिहारी आ लल्ले नूं अद्धी लाम दे के बोलना मिलिया, पर असीं मिलिए पढ़ जाना, सतगुर मिलिए सच पाया जिन्हीं विचों आप गवाया, जो कि अशुद्ध है। मिलिए पाठ सही नहीं है। इसे तरह पै पै किरत नच्चै सब कोई, इहनूं पईए पढ़ जाने आप, जो कि सही नहीं है। नाउ तेरा निरंकार है, नाए लय लै नरक ना जाइए, इनू लईए नहीं पढ़ना। सतगुर मिले सदा मुक्त है, इनू मिलीए नहीं पढ़ना। सतगुर मिले सदा मुक्त है, जिन विचों मोह चुकाया। विचार करदे मैं कई बार उस शब्द ते रुक जाना आ, ते शायद मैं निरादर ना कर रहा होवां तुकदा, पर ये दसना जरूरी आ। ते जदों आपां विचार कर रहे हैं उस करके मैं कई बार रुक जाना उत्थे उस अखर ते कि आप जी इस चीज़ नूं समझ सको। सतगुर मिले सच पाया, जिनकै हिरदय सच वसाया। सतगुर विटों वारिया जित मिलिया, खसम संभालिया मिलीए नहीं। जिथे सिहारी आ जिवें सुनिया सुनीए, मिलिया मिलीए, ये ध्यान रखण वाली गल आ। हुक्म मन्निया मन्नीए नहीं, हुक्म मन्निया, नन्ने नूं अद्धी लाम दे के मन्निया, पूरी लाम होगी मन्निया नहीं, पूरी अद्धी लाम दे के, यानी कि ने सिहारी। जदों आपां नन्ने दी मुहार नहीं बोलांगे, नन्ना मुक्ता ना कन्ना ने सियारी वो वाला। हुक्म मन्निया होवे परवान, तां खसमे का महल पाए सी। इत्थे कई बारी प्रिंट करदियां होइयां जदों असीं बदलदियां ते फॉन्ट चेंज हुंदा था लिखिया गया इत्थे, इहदे लई मैं माफ़ी चाहुंदा। छोडी ले पखंडा नाम लैं जाहे तरंदा, जित सेविया सेविया नहीं, जित सेविया सुख पाइए सो साहिब सदा संभाली। साहिब नूं भी साहिब सस्से नूं कन्ना दे के साहिब नहीं, साहिब इनू साहिब नहीं पढ़ना, साहिब। इस तरह कुछ होर भी तुकां हन जिहदे विच असीं की करदे हां, सिहारी बिहारी औंकड़ दलैंकड़ लां दुलां आदि दे फर्क जिहड़े आ वो असीं ध्यान च नहीं रखदे है। जिवें उन्हां पे भे भी नहीं, उन्हां पे भब्बे नूं भे सिहारी, उन्हां पे आवै ओही ओही साध, इनू भी ओही पढ़ जाना, हाही दे उचारण कर जाना नहीं, ओही साध। आपे आपै नहीं, आपे साजे करे आप जाए जाई भे रखै आप, जाए नहीं जाई भे रखै आप। इसे तरह ये भे आखना जापी जे किसे आने रस। आ कुछ तुकां हन जिन्हां दे विच तुसी देख रहे हो, जिथे जे है ओए जे आखे सु, औंकड़ ते होड़े दा ध्यान रखण वाली गल है। जिथे औंकड़ आ उत्थे होड़े की अद्धी आवाज़ आनी, सस्से नूं होड़ा होगा सो, सस्से नूं औंकड़ होगा सु, है ना। सो तू है जाने ते ना पे तेरी सार। हुरमत तिस नौ, इत्थे नन्ने नूं होड़ा है इहनूं नौ पढ़ना, नन्ने नूं दलैंकड़ दे के नूं नहीं पढ़ जाना। लेकिन कीर्तनी सिंह ये आसा जी की वार दे विच आ ते कीर्तनी सिंह नूं नूं पढ़ जांदे। किस नूं कही है, किस नौ, किस नूं कही है नानका सब किश आपे आप। कई बारी दरबार साहब तो कीर्तन सरवण करन नूं मिलिया आ ते उहदे विच भाई गुरमेज सिंह जी आ, जिन्हां ने हुण जिहड़े आप सूरमे सिंह हन ते उन्हां दे ये अखां जिहड़ियां आपां अखां संसारक अखां ये नहीं है, लेकिन उन्हां तो ज्ञान दीयां अखां हन। सो उन्हां ने गुरु ग्रंथ साहब जी भी नेत्रहीन व्यक्तियों लिए तैयार किया है, तो वो बहुत शुद्ध उच्चारण करते शब्दों के विच। बड़ी कमाल की गल है, कीर्तन करदियां होया विश्राम भी बहुत सोहना दिंदे आ। इस तरह एक ना नौ तू मेल लह, एक आप हो तो दुखवाया। नौ नू दा फर्क, मन मुखा नौ फिर जन्म है, नानक हर पाए नू नहीं, इत्थे नौ आना है। इस तरह ही सो सेवक सेवा करे जिस नौ हुक्म मनाए सी, हर संतां नो होर थाओ नहीं, हर मान निमाणे। गोहे अतः, असीं नूं अते पढ़ जाने, गोहे अते लकड़ी, यह हैगा गोहे अतः लकड़ी। ये अतः जिहड़ा तत्ते नूं दलामा है, गोहे अतः लकड़ी अंदर कीड़ा होए।
पढ़िया अतः अते नहीं पढ़िया अतः ओ मियाँ विचार, इनू विचार पढ़ना विचार नहीं, सिहारी नहीं बिहारी दे के, विचार अगे है विचार ही है। इस तरह ही चोरा जारा तै कुड़ियारा खा राबां बेकार, धोती टिक्का तै जप माली धान मलेशां खाई। इनू ते जिहड़ा उचारण करना आ वो जिहड़ा आ वो सही नहीं है। अगर आप जी नूं इस संबंध दे विच आप जी विचार करनी चाहुंदे हो, कोई पुछना चाहुंदे हो, जिहड़ी आपां अज दो अखरां वाली दो मात्रा दे अखरां वाली गल कीती है भी साडे दो मात्रा वाले शब्द जिहड़े सीगे उन्हां दे विच जिहड़े अखर सीगे वो दो मात्रा किवें हुंदियां, तो मैं आप जी नूं दर्शा दियां कि जे आप जी दे नाल विचार कोई साझी करनी चाहुंदे हो तो दास दा फोन नंबर जिहड़ा है वो है 07891837208। इस फोन नंबर ते तुसी मेरे नाल संपर्क कर सकते हो। सोदर के पाठ तो बाद दे विच तुसी विचार कर सकते हो, तो टैक्सट भी कर सकते हो। जे तुसी देख रहे हो उहदे विच टैक्सट भी कर सकते हो ताकि तुहाडे कोल कोई सवाल आवे तो आपां होर भी कोई कर सकीए। सो ये बेनती जिहड़ी है प्रवान करियो। तो दूसरा जिहड़ी मैं विचारा आपां करदे हैं, मैं बार बार ये गल दी बेनती कर रहा कि असीं सारिਆਂ दा जिन्नियां ने जिथों जिथों भी संथਿਆ ਲਈ है उन्होंने सेवा च योगदान पाया आ, सारिਆਂ दा पूरा सत्कार आ, क्योंकि उन्होंने जिस तरह भी तुसी सिक्ख्या होया आ उहदे च कोई गलत नहीं है। ये ना समझ लो कि शायद तुहानूं गलत नहीं, ये आपां होर वाधा कर रहे हैं अपने ज्ञान दे विच। ते जिहड़ियां आपां कल नूं विचारां जिहड़ियां सोमवार नूं विचारां करनियां, कल तो भाव मेरा सोमवार नूं आ, मंडे टू फ्राइडे 5 तो तकरीबन 5:35 तक आपां ये विचार करते हैं 35 मिनट के लिए। तो जिहड़ी मंगल सोमवार तो लैके शुक्रवार तक आपां विचार करनी, उहदे विच आपां जिहड़े गुरबाणी दे विच असीं घर जां महला जां उन्हां दा उचारण जां उहदे संबंध दे विच आपां विचार करांगे। ते उस तो बाद दे विच फिर सतगुरु ने जिमें जिमें समा दिता आप जी दे नाल विचार साझी करके फिर आपां नितनेम दी संथਿਆ तक पहुँचना है। तो नितनेम दी संथਿਆ आपां सारिਆਂ ने रल के करनी है, नाले गुरबाणी दे अर्थ देखने, साडे नितनेम दी बाणी दा भाव सानूं की दर्शाया जा रहा है। होईयां भुल्लां चुक्कां लई खिमा, सतगुरु जी दे चरनां च अरदास करियो सच्चे पातशाह साडी भै भावना आदर सत्कार गुरबाणी प्रति होर वधे। असीं सतगुरु जी दे चरनां दे नाल प्यार दे नाल एकाग्रता दे नाल एक मन एक चित होकर बाणी पढ़ीए, बाणी का आनंद लईए, बाणी का रस आवे, सानूं अंदरों रस आवे। ये आपां अरदास करनी सतगुरु जी अगे। फिर ये नाल अपना जीवन जिहड़ा आ वो सहेला हो जाना। लोक सुखीए पर लोक सहेले। सारियां ते सतगुरु जी कृपा करन। भुल चुक लिखी मां जी। वाहिगुरु जी का खालसा वाहिगुरु जी की